2016 ਤੋਂ ਬਾਅਦ ਸਟੂਡੈਂਟ ਪੋਪੂਲੇਸ਼ਨ ਦੇ ਵਿੱਚ 200% ਦੀ ਜੰਪ ਆ। ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਕਰੇਜ਼ ਆ ਪੰਜਾਬ ਦੇ ਲੋਕਾਂ ਦੀ ਕੈਨੇਡਾ ਜਾਣ ਵਾਸਤੇ। ਕਿੰਨੇ ਇੱਥੇ ਮੁਸਲਿਮ ਨਾਲ ਅਟਰੋਸਿਟੀਜ਼ ਹੋ ਰਹੀਆਂ ਨੇ, ਕੋਈ ਕਿਸੇ ਦੇ ਕੇਸ ਨਹੀਂ, ਕੋਈ ਜੋ ਮਰਜ਼ੀ ਕੋ ਕਹਿ ਦਿੰਦਾ, ਕਿਸੇ ਦੇ ਕੇਸ ਨਹੀਂ ਹੁੰਦਾ। ਆਮ ਜੇ ਕੋਈ ਮਿਨੋਰਿਟੀ ਦਾ ਬੰਦਾ ਕੋਈ ਛੋਟੀ ਜਿਹੀ ਵੀ ਸਟੇਟਮੈਂਟ ਦੇ ਦੇ ਤਾਂ ਉਹਨੂੰ ਅੰਦਰ ਠੋਕ ਦਿੰਦੇ ਨੇ ਉਸੇ ਵੇਲੇ। ਸਾਡੇ ਭਾਰਤੀ ਮੂਲ ਦੇ ਲੋਕ ਕੁਝ ਮੰਤਰੀ ਵੀ ਰਹੇ ਨੇ, ਹੁਣ ਵੀ ਨੇ, ਔਰ ਕਾਫੀ ਪੰਜਾਬੀ ਲੋਕ ਵੀ ਉੱਥੇ ਮੰਤਰੀ ਔਰ ਮੈਂਬਰ ਪਾਰਲੀਮੈਂਟ ਵੀ ਹਨ। ਸੰਤ ਸਾਹਿਬ ਗੱਲ ਇਸ ਤਰ੍ਹਾਂ ਹੈ, ਦੇਖੋ ਮੈਂ ਬਰੈਂਪਟਨ ਤਾਂ 2005 ਦੇ ਵਿੱਚ 6 ਮਹੀਨੇ ਰਿਹਾ ਸੀ, ਮੈਂ ਉਸ ਤੋਂ ਬਾਅਦ ਕੈਲਗਰੀ ਸ਼ਿਫਟ ਹੋ ਗਿਆ ਜੀ। ਕਿ ਉੱਥੇ ਹੇਟ ਕ੍ਰਾਈਮ ਵੱਧ ਰਿਹਾ ਵਾ, ਸੈਕਟੇਰੀਅਨ ਵਾਇਲੈਂਸ ਵੱਧ ਰਹੀ ਆ, ਐਂਟੀ ਇੰਡੀਆ ਐਕਟੀਵਿਟੀ ਵੱਧ ਰਹੀ ਆ। ਉਹ ਇੱਥੇ ਝਾਤੀ ਮਾਰਨ ਦੀ ਲੋੜ ਆ ਕਿ ਇੱਥੇ ਕਿੰਨਾ ਕੁ ਹੇਟ ਕ੍ਰਾਈਮ ਜਾਂ ਸੈਕਟੇਰੀਏਟ ਵਾਇਲੈਂਸ ਹੈ ਵਾ ਕੈਨੇਡਾ ਦੇ ਮੁਕਾਬਲੇ ਦੇ ਵਿੱਚ। ਵੀ ਡੇ ਬਾਈ ਡੇ ਮੈਨੂੰ ਲੱਗਦਾ ਕੱਲ ਪਰਸੋਂ ਇੱਕ ਨਿਊਜ਼ ਆ ਰਹੀ ਸੀ ਵੀ ਟੋਰਾਂਟੋ ਦੇ ਵਿੱਚ ਜਿਹੜੇ ਲੋਕਾਂ ਨੇ ਬੇਸਮੈਂਟਸ ਬਣਾਈਆਂ ਸੀ ਨਾ, ਉਹਨਾਂ ਨੇ ਉਹ ਬੇਸਮੈਂਟਸ ਸਟੂਡੈਂਟਸ ਨੂੰ ਦੇਣ ਤੋਂ ਨਾ ਕਰਤੀ। ਉਹ ਕਹਿੰਦੇ ਵੀ ਇਹ ਸਟੂਡੈਂਟਸ ਜਿਹੜੇ ਨੇ ਇਹ ਇੱਥੇ ਇਨਡਿਸਿਪਲਿਨ ਕਰਦੇ ਆ, ਹਾਂਜੀ, ਇਹਦੀ ਗਲਤ ਵਰਤੋਂ ਕਰਦੇ ਆ ਬੇਸਮੈਂਟ ਦੀ, ਹਾਂਜੀ, ਭੰਨ ਤੋੜ ਬਹੁਤ ਕਰਦੇ ਆ। ਵੀ ਇਹਨਾਂ ਨੇ ਇਹ ਗਵਰਨਮੈਂਟ ਇੰਨੀ ਲਿਬਰਲ ਆ ਵੀ ਇਹਨਾਂ ਨੇ ਸਾਡੇ ਸਟੂਡੈਂਟਸ ਨੂੰ ਏਦਾਂ ਐਂਟਰਟੇਨ ਕੀਤਾ ਵੀ ਯੂ ਆਰ ਵੈਲਕਮ ਟੂ ਕਮ ਟੂ ਦਿਸ ਕੰਟਰੀ। ਜੀ, ਕਿ ਜਦੋਂ ਸਟੂਡੈਂਟਸ ਇੱਥੇ ਜਾਂਦੇ ਆ ਪੜ੍ਹਨ ਵਾਸਤੇ, ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ, ਭਾਵੇਂ ਕੈਨੇਡਾ ਹੋਣ, ਅਮਰੀਕਾ ਹੋਣ, UK ਹੋਣ, ਆਸਟ੍ਰੇਲੀਆ ਹੋਣ, ਉਹਨਾਂ ਦੀ ਇੱਥੇ ਕਾਉਂਸਲਿੰਗ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਉੱਥੇ ਪਤਾ ਲੱਗ ਸਕੇ ਵੀ ਉੱਥੇ ਰਹਿਣ ਸਹਿਣ ਕੀ ਆ, ਉੱਥੇ ਦੀ ਡਿਊਟੀਜ਼ ਕੀ ਆ, ਰਾਈਟਸ ਕੀ ਆ। ਉੱਥੇ ਇਹੋ ਜਿਹੀ ਕੋਈ ਗਤੀਵਿਧੀ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਤੁਸੀਂ ਭਾਵੇਂ ਇੰਜੋਏ ਕਰਦੇ ਜੇ ਲੇਕਿਨ ਕਿਸੇ ਹੋਰ ਨੂੰ ਡਿਸਟਰਬੈਂਸ ਹੁੰਦੀ ਹੈ। ਬਹੁਤ ਵਾਰੀ ਆਪਾਂ ਇਹ ਚੀਜ਼ ਭੁੱਲ ਜਾਂਦੇ ਆ ਵੀ ਜੋ ਅਸੀਂ ਕਰ ਰਹੇ ਹਾਂ ਕਿਤੇ ਇਹਦੇ ਨਾਲ ਕੋਈ ਹੋਰ ਤੰਗ ਤਾਂ ਨਹੀਂ ਹੋ ਰਹੇ। ਜੇ ਅਸੀਂ ਮਿਊਜ਼ਿਕ ਤੇ ਉੱਚਾ ਲਾਇਆ ਵਾ ਤੇ ਇਹਦੇ ਨਾਲ ਕੋਈ ਹੋਰ ਡਿਸਟਰਬ ਤਾਂ ਨਹੀਂ ਹੋ ਰਿਹਾ। ਸੋ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਹਮੇਸ਼ਾ ਖਿਆਲ ਰੱਖਣਾ ਚਾਹੀਦਾ ਵਾ। ਦੋ 2016 ਤੋਂ ਬਾਅਦ ਸਟੂਡੈਂਟ ਪੋਪੂਲੇਸ਼ਨ ਦੇ ਵਿੱਚ 200% ਦੀ ਜੰਪ ਆ। ਤੁਸੀਂ ਅੰਦਾਜ਼ਾ ਲਾ ਲਓ ਵੀ ਕਿੰਨੀ ਕਰੇਜ਼ ਆ ਪੰਜਾਬ ਦੇ ਲੋਕਾਂ ਦੀ ਕੈਨੇਡਾ ਜਾਣ ਵਾਸਤੇ। ਔਰ ਉੱਥੋਂ ਦੀ ਕੈਨੇਡਾ ਦੀ ਇਕੋਨਮੀ ਨੂੰ ਵੀ ਅਸੀਂ ਬਹੁਤ ਕਾਫੀ ਹੱਦ ਤੱਕ ਸਪੋਰਟ ਕਰ ਰਹੇ ਹਾਂ ਕਿਉਂਕਿ ਉੱਥੇ ਲੇਬਰ ਫੋਰਸ ਦਿੰਦੇ ਹਾਂ ਔਰ ਕਈ ਸਾਡੇ ਲੋਕ ਜਿਹੜੇ ਨੇ ਉੱਚ ਅਹੁਦਿਆਂ 'ਤੇ ਵੀ ਨੇ, ਸਿਆਸਤ ਦੇ ਵਿੱਚ ਵੀ ਉੱਚੇ ਅਹੁਦਿਆਂ 'ਤੇ ਨੇ। ਸਾਡੇ ਭਾਰਤੀ ਮੂਲ ਦੇ ਲੋਕ ਕੁਝ ਮੰਤਰੀ ਵੀ ਰਹੇ ਨੇ, ਹੁਣ ਵੀ ਨੇ, ਔਰ ਕਾਫੀ ਪੰਜਾਬੀ ਲੋਕ ਵੀ ਉੱਥੇ ਮੰਤਰੀ ਔਰ ਮੈਂਬਰ ਪਾਰਲੀਮੈਂਟ ਵੀ ਹਨ। ਇੱਕ ਦੋ ਥਾਵਾਂ ਦੇ ਉੱਤੇ ਪ੍ਰੀਮੀਅਰ ਵੀ ਸਾਡੇ ਪੰਜਾਬੀ ਜਿਹੜੇ ਨੇ ਉਹ ਰਹੇ ਨੇ। ਰਿਸ਼ਤਿਆਂ 'ਚ ਬਿਹਤਰੀ ਕਿਵੇਂ ਲਿਆਂਦੀ ਜਾਵੇ ਔਰ ਇਹ ਜਿਹੜੀਆਂ ਦੂਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਇਹਨਾਂ ਨੂੰ ਕਿਵੇਂ ਦੂਰ ਕੀਤਾ ਜਾਵੇ। ਵਿਲ ਟੇਕ ਦੀ ਫਸਟ ਕਾਲ। ਦੇਖਦੇ ਪਹਿਲੇ ਕਾਲਰ ਕੀ ਕਹਿਣਾ ਚਾਹੁੰਦੇ। ਹੈਲੋ ਸੰਧੂ ਸਾਹਿਬ, ਇਸ ਤੋਂ ਬਾਅਦ ਸਤਿ ਸ਼੍ਰੀ ਅਕਾਲ। ਪਿਆਰਾ ਸਿੰਘ। ਹਾਂਜੀ ਪਿਆਰਾ ਸਿੰਘ, ਸਤਿ ਸ਼੍ਰੀ ਅਕਾਲ। ਸਭ ਤੋਂ ਵਧੀਆ ਕੋਈ ਨਹੀਂ ਗਾਈਡ ਕਰ ਸਕਦਾ ਹੈਗਾ ਜੀ। ਜਿੰਨਾ ਤੁਸੀਂ ਕਰੋਗੇ ਉਹੀ ਠੀਕ ਰਹੇਗਾ। ਧੰਨਵਾਦ, ਬਹੁਤ ਮਿਹਰਬਾਨੀ, ਥੈਂਕ ਯੂ। ਇੰਨਾ ਤੁਸੀਂ ਮੇਰੇ ਦੇ ਵਿੱਚ ਮੈਨੂੰ ਮਾਣ ਦਿੱਤਾ, ਮੇਰੇ ਵਿੱਚ ਇੰਨਾ ਵਿਸ਼ਵਾਸ ਰੱਖਿਆ ਪਿਆਰਾ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਮੈਂ ਆਪਣੇ ਵਿਊਜ਼ ਜ਼ਰੂਰ ਸ਼ੇਅਰ ਕਰੂੰਗਾ ਔਰ ਮੈਂ ਚਾਹੂੰਗਾ ਕਿ ਜੋ ਮੈਂ ਆਪਣੇ ਵਿਊਜ਼ ਸ਼ੇਅਰ ਕਰਾਂ ਉਸ ਤੋਂ ਬਾਅਦ ਤੁਸੀਂ ਵੀ ਆਪਣੀ ਟਿੱਪਣੀ ਕਰੋ ਕਿ ਤੁਸੀਂ ਮੇਰੇ ਨਾਲ ਸਹਿਮਤ ਹੋ ਕਿ ਨਹੀਂ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ, ਮਹਿਤਾਬ ਸਿੰਘ ਬੋਲ ਰਿਹਾ ਜੀ। ਹਾਂਜੀ ਮਹਿਤਾਬ ਸਿੰਘ ਜੀ, ਬੜੇ ਦਿਨਾਂ ਬਾਅਦ ਅੱਜ ਯਾਦ ਕੀਤਾ ਸਾਨੂੰ। ਬਸ ਤੁਸੀਂ ਬਿਜ਼ੀ ਹੁੰਦਾ ਜੀ, ਲਾਈਨ ਜਦੋਂ ਕਰੀਏ ਨਾ ਕਾਫੀ ਬਿਜ਼ੀ ਹੁੰਦੀ ਹੈ। ਹਾਂਜੀ 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 ਹਾਂਜੀ, ਬੜਾ ਅੱਛਾ ਟੌਪਿਕ ਤੁਸੀਂ ਲੈ ਕੇ ਆਏ ਹੋ। ਅਸਲ 'ਚ ਗੱਲ ਇਹ ਆ ਵੀ ਜਿਹੜੀ ਇੰਡੀਅਨ ਗਵਰਨਮੈਂਟ ਜਿਹੜਾ ਇਸ ਤਰ੍ਹਾਂ ਕਰ ਰਹੀ ਹੈ ਨਾ ਵੀ ਡਿਕਟੇਟ ਕਰਨ ਦੀ ਕੋਸ਼ਿਸ਼ ਜਦੋਂ ਕਰਨਗੇ ਕਿਸੇ ਵੀ ਇਸ ਤਰ੍ਹਾਂ ਦੇ ਨੇਸ਼ਨ ਨੂੰ, ਉਹ ਕੋਈ ਵੀ ਐਕਸੈਪਟ ਨਹੀਂ ਇਹੋ ਜਿਹੀ ਗੱਲ ਕਰਦਾ। ਉਹਨਾਂ ਨੇ ਆਪਣਾ ਕੌਨਸਟੀਟਿਊਸ਼ਨ ਦੇਖਣਾ ਕਿ ਉਹਨਾਂ ਦਾ ਕੌਨਸਟੀਟਿਊਸ਼ਨ ਜਿਹੜਾ ਉਹਨਾਂ ਦੇ ਸਿਟੀਜ਼ਨਸ ਨੂੰ ਕੀ ਰਾਈਟ ਦਿੰਦਾ। ਰਾਈਟ, ਬਿਲਕੁਲ ਠੀਕ। ਇਹ ਠੀਕ ਹੈ ਵੀ ਉਹ ਨਾਨ ਵਾਇਲੈਂਟ ਵੇ ਦੇ ਨਾਲ ਉੱਥੇ ਕੋਈ ਵੀ ਜੇ ਕੁਝ ਕਰ ਰਿਹਾ ਕੋਈ ਤੇ ਉਹ ਦੇ ਵਿਲ ਅਲਾਓ ਇਟ, ਪਰ ਜੇ ਉੱਥੇ ਕੋਈ ਵਾਇਲੈਂਸ ਦੇ ਤਰੀਕੇ ਨਾਲ ਕੁਝ ਕਰੇਗਾ ਤੇ ਦੇ ਵਿਲ ਸਰਟਨਲੀ ਟੇਕ ਕੇਅਰ ਆਫ ਇਟ। ਠੀਕ ਹੈ, ਇਸ ਕਰਕੇ ਇਹਨਾਂ ਨੂੰ ਆਪਣਾ ਹਾਊਸ ਇਨ ਆਰਡਰ ਕਰਨ ਦੀ ਲੋੜ ਹੈ ਪਹਿਲਾਂ। ਦੂਸਰੀ ਗੱਲ ਇਹ ਆ ਵੀ ਇਹ ਜਿਹੜੀ ਰੂਟ ਕਾਜ਼ ਹੈ ਡਾਇਸਪੋਰਾ ਦੇ ਵਿੱਚ ਰਿਜ਼ੈਂਟਮੈਂਟ ਕਿਉਂ ਇਹਨਾਂ ਦੇ ਅਗੇਂਸਟ, ਉਸ ਚੀਜ਼ ਨੂੰ ਫੜਨ ਪਹਿਲਾਂ। ਜਿਹੜੀਆਂ ਚੀਜ਼ਾਂ ਦਾ ਕਲੋਜ਼ਰ ਅੱਜ ਤੱਕ ਨਹੀਂ ਹੋਇਆ ਉਹਨੂੰ ਕਲੋਜ਼ਰ ਕਰਨਾ ਪੈਣਾ ਪਹਿਲਾਂ ਇਹਨਾਂ ਨੂੰ, ਜੇ ਇਹਨਾਂ ਨੇ ਸਿੱਖਾਂ ਨੂੰ ਆਪਣੇ ਨਾਲ ਜੋੜਨਾ। ਦੂਸਰੀ ਗੱਲ ਇਹ ਹੈ ਵੀ ਜਿਹੜੇ ਮਿਸਟਰ ਮੋਦੀ ਨੇ ਹੀ ਟੁੱਕ ਸਮ ਗੁੱਡ ਸਟੈਪਸ ਬਟ ਆਈ ਵੁੱਡ ਸੇ, ਪਰ ਉਹਦੇ 'ਚ ਉਹਨਾਂ ਨੇ ਜ਼ਿਆਦਾ ਕੇਸਿਸ ਦੇ ਵਿੱਚ ਲਿਪ ਸਰਵਿਸ ਹੀ ਹੈ, ਉਹਦੇ 'ਚ ਕੋਈ ਐਕਸ਼ਨ ਨਹੀਂ ਉਹਨਾਂ ਨੇ ਕੀਤਾ ਜਿਹੜਾ ਸਾਨੂੰ ਮਤਲਬ ਲੋੜ ਹੈ। ਮੈਜੋਰਿਟੀ ਆਫ ਦਾ ਸਿੱਖ ਜਿਹੜੇ ਉੱਥੇ ਨਾ ਨੈਸ਼ਨਲਿਸਟ ਮਾਈਂਡ ਦੇ ਨਹੀਂ ਹੈਗੇ ਵੀ ਉਹ ਇੰਡੀਅਨ ਨੈਸ਼ਨਲਿਸਟ ਮਾਈਂਡ ਦੇ ਨੇ। ਠੀਕ ਹੈ, ਉਹਦੇ 'ਚ ਕਾਫੀ ਪਰਸੈਂਟੇਜ ਹੋਏਗੀ ਜਿਹੜੇ ਨੈਸ਼ਨਲਿਸਟ ਨੇ, ਪਰ ਜ਼ਿਆਦਾ ਉਹਨਾਂ ਦੇ ਵਿੱਚ ਰਿਜ਼ੈਂਟਮੈਂਟ ਜਿਹੜੀ ਆ ਉਹ ਸਾਡੇ ਗ੍ਰੀਵੈਂਸਿਸ ਦੀ ਹੈਗੀ ਹੈ ਵੀ ਸਾਡੇ ਨਹੀਂ ਐਡਰੈਸ ਹੋਏ ਅਜੇ ਤੱਕ।
ਸ਼ੋਰ ਇਸ ਕਰਕੇ ਇਹਨਾਂ ਨੇ ਜਿਹੜੇ ਆਪੋ 'ਚ ਰਿਲੇਸ਼ਨ ਠੀਕ ਕਰਨ ਦਾ ਤਰੀਕਾ ਜਿਹੜਾ ਇਹਨਾਂ ਦਾ ਉਹ ਠੀਕ ਨਹੀਂ, ਕਿਉਂਕਿ ਜਿਹੜੀਆਂ ਗੱਲਾਂ ਉਹਨਾਂ ਦੇ ਲੇਬਲ ਕਰ ਰਹੇ, ਜਿਹੜੀ ਸਟੇਟਮੈਂਟ ਇਹਨਾਂ ਨੇ ਦਿੱਤੀ ਹੈ, ਉਹ ਸਟੇਟਮੈਂਟ ਦੇ ਵਿੱਚ ਆਪਣੇ ਘਰ 'ਚ ਝਾਤੀ ਮਾਰ ਕੇ ਦੇਖਣੇ ਵੀ ਇਹਨਾਂ ਦੇ ਇੱਥੇ ਕੀ ਕੁਝ ਹੋ ਰਿਹਾ, ਇਹਨਾਂ ਦੇ ਕਿੰਨੇ ਇੱਥੇ ਮੁਸਲਿਮ ਨਾਲ ਅਟਰੋਸਿਟੀਜ਼ ਹੋ ਰਹੀਆਂ ਨੇ, ਕੋਈ ਕਿਸੇ ਦੇ ਕੇਸ ਨਹੀਂ, ਕੋਈ ਜੋ ਮਰਜ਼ੀ ਕੋ ਕਹਿ ਦਿੰਦਾ, ਕਿਸੇ ਦੇ ਕੇਸ ਨਹੀਂ ਹੁੰਦਾ। ਆਮ ਜੇ ਕੋਈ ਮਿਨੋਰਿਟੀ ਦਾ ਬੰਦਾ ਕੋਈ ਛੋਟੀ ਜਿਹੀ ਵੀ ਸਟੇਟਮੈਂਟ ਦੇ ਦੇ ਤਾਂ ਉਹਨੂੰ ਅੰਦਰ ਠੋਕ ਦਿੰਦੇ ਨੇ ਉਸੇ ਵੇਲੇ। ਇਸ ਕਰਕੇ ਇਹ ਇਹਨਾਂ ਦਾ ਠੀਕ ਆ ਆਪਣਾ, ਦੈਟਸ देयर ਵੇ ਆਫ ਹੈਂਡਲਿੰਗ ਦ ਸਿਚੁਏਸ਼ਨ, ਪਰ ਦਿਸ ਇਜ਼ ਨਾਟ ਦ ਰਾਈਟ ਵੇ। ਸ਼ੋਰ, ਥੈਂਕ ਯੂ ਮਹਿਤਾਬ ਸਿੰਘ ਜੀ। ਜਿਹੜੀ ਕੁਝ ਚੰਗੇ ਸਟੈਪਸ ਲਏ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ, ਲੇਕਿਨ ਲਿਪ ਸਰਵਿਸ ਜ਼ਿਆਦਾ ਵਾ, ਠੋਸ ਸਟੈਪਸ ਨਹੀਂ ਲਏ, ਔਰ ਜਿਹੜੀ ਰਿਜ਼ੈਂਟਮੈਂਟ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਔਰ ਇਹਦੇ ਕਰਕੇ ਕਲੋਜ਼ਰ ਨਹੀਂ ਹੋ ਰਿਹਾ। ਲੋਕਾਂ ਦੇ ਵਿੱਚ ਰਿਜ਼ੈਂਟਮੈਂਟ ਹੈ, ਔਰ ਜਿੰਨਾ ਚਿਰ ਤੱਕ ਹੋਰ ਦੂਰ ਨਹੀਂ ਹੋਊਗੀ ਇਸ ਤਰ੍ਹਾਂ ਦੇ ਟੈਨਸ਼ਨ ਜਿਹੜੀ ਆ ਦੁਬਾਰਾ ਵੀ ਕ੍ਰੀਏਟ ਹੋ ਸਕਦੀ ਆ। ਔਰ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਉੱਥੇ ਹੇਟ ਕ੍ਰਾਈਮ ਵੱਧ ਰਿਹਾ ਵਾ, ਸੈਕਟੇਰੀਅਨ ਵਾਇਲੈਂਸ ਵੱਧ ਰਹੀ ਆ, ਐਂਟੀ ਇੰਡੀਆ ਐਕਟੀਵਿਟੀ ਵੱਧ ਰਹੀ ਆ, ਉਹ ਇੱਥੇ ਝਾਤੀ ਮਾਰਨ ਦੀ ਲੋੜ ਆ ਕਿ ਇੱਥੇ ਕਿੰਨਾ ਕੁ ਹੇਟ ਕ੍ਰਾਈਮ ਜਾਂ ਸੈਕਟੇਰੀਏਟ ਵਾਇਲੈਂਸ ਹੈ ਵਾ ਕੈਨੇਡਾ ਦੇ ਮੁਕਾਬਲੇ ਦੇ ਵਿੱਚ। ਸ਼ਾਇਦ ਮੇਰੇ ਖਿਆਲ ਓਵਰ ਰੀਚ ਕੀਤਾ ਵਾ ਮੇਰੇ ਆਪਣੇ ਹਿਸਾਬ ਦੇ ਨਾਲ। ਐਂਟੀ ਇੰਡੀਆ ਐਕਟੀਵਿਟੀ ਤਾਂ ਜ਼ਰੂਰ ਉੱਥੇ ਦੇਖੀ ਗਈ ਆ, ਉਹਦੇ ਵੀ ਜਿਵੇਂ ਮਹਿਤਾਬ ਸਿੰਘ ਨੇ ਕਿਹਾ ਕੁਝ ਕਾਰਨ ਨੇ, ਲੇਕਿਨ ਹੇਟ ਕ੍ਰਾਈਮ ਤੇ ਸੈਕਟੇਰੀਏਟ ਵਾਇਲੈਂਸ ਜਿਹੜੀ ਆ ਉਹ ਇਹ ਕਹਿਣਾ ਵੀ ਕੈਨੇਡਾ 'ਚ ਬਹੁਤ ਵੱਧ ਗਈ ਆ। ਹੋ ਸਕਦਾ ਉੱਥੋਂ ਦੀਆਂ ਫਿਗਰਸ ਦੇ ਮੁਤਾਬਕ ਜ਼ਿਆਦਾ ਲੱਗਦੀ ਹੋਵੇ, ਪਰ ਜੇ ਆਪਾਂ ਅਮਰੀਕਾ ਜਾਂ ਹੋਰ ਮੁਲਕਾਂ ਦੇ ਹਿਸਾਬ ਨਾਲ ਜਾਂ ਇੰਡੀਆ ਦੇ ਹਿਸਾਬ ਨਾਲ ਵੇਖੀਏ ਤਾਂ ਮੇਰੇ ਖਿਆਲ ਹੇਟ ਕ੍ਰਾਈਮ ਜਾਂ ਸੈਕਟੇਰੀਏਟ ਵਾਇਲੈਂਸ ਬਾਕੀ ਮੁਲਕਾਂ ਦੇ ਹਿਸਾਬ ਨਾਲ ਕਾਫੀ ਘੱਟ ਆ। ਉੱਥੇ ਸ਼ਾਂਤਮਈ ਮਾਹੌਲ ਆ, ਔਰ ਇਸੇ ਕਰਕੇ ਸ਼ਾਇਦ ਲੋਕੀ ਉੱਥੇ ਜਾਣਾ ਚਾਹੁੰਦੇ ਆ। ਇੰਦਰਜੀਤ ਸਿੰਘ ਉਮਰਪੁਰੀ ਦਾ ਕਮੈਂਟ ਸਕਰੀਨ ਦੇ ਉੱਪਰ ਆ। ਦੋਵਾਂ ਦੇਸ਼ਾਂ ਨੂੰ ਤਣਾਅ ਘਟਾਉਣ ਲਈ ਕਾਨੂੰਨ ਅਨੁਸਾਰ ਦੋਵਾਂ ਦੇਸ਼ਾਂ ਵਿੱਚ ਹੋ ਰਹੀਆਂ ਕਾਰਵਾਈਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਹਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੇ ਦੇਸ਼ ਦੇ ਸੰਵਿਧਾਨ ਵਿਰੁੱਧ ਕੁਝ ਹੋ ਰਿਹਾ ਹੋਵੇ ਤਾਂ ਦਖਲ ਦੇਣਾ ਜਾਇਜ਼ ਮੰਨ ਸਕਦੇ ਹਾਂ। ਇੰਦਰਜੀਤ ਸਿੰਘ ਉਮਰਪੁਰੀ ਦਾ ਰੋਜ਼ ਵਾਂਗੂ ਬਹੁਤ ਅੱਛਾ ਕਮੈਂਟ ਆਉਂਦਾ ਵਾ, ਸੋਚ ਸਮਝ ਕੇ ਕਮੈਂਟ ਪਾਉਂਦੇ ਆ, ਔਰ ਇਸੇ ਤਰ੍ਹਾਂ ਹੀ ਕਮੈਂਟ ਪਾਉਣੇ ਚਾਹੀਦੇ ਆ। ਹਰਦੀਪ ਸਿੰਘ ਸੋਢੀ ਵੀ ਸਾਡੇ ਨਾਲ ਜੁੜ ਗਏ ਨੇ, ਸਾਡੇ ਪ੍ਰੋਗਰਾਮ ਦੀ ਤਾਰੀਫ ਕਰ ਰਹੇ, ਬਹੁਤ ਮਿਹਰਬਾਨੀ ਸੋਢੀ ਸਾਹਿਬ, ਥੈਂਕ ਯੂ। ਦਰਸ਼ਨ ਧਾਲੀਵਾਲ ਨੇ ਕਿਤੇ ਸ਼ਾਇਦ ਮੇਰੀ ਡਿਸਕਸ਼ਨ ਸੁਣੀ ਸੀ ਰੈੱਡ FM ਰੇਡੀਓ ਕੈਲਗਰੀ ਦੇ ਵਿੱਚ, ਔਰ ਉਹਨਾਂ ਨੂੰ ਚੰਗੀ ਲੱਗੀ, ਮਿਹਰਬਾਨੀ ਜੀ, ਥੈਂਕ ਯੂ। ਪ੍ਰਾਇਮਰੀ ਡਿਸਕਸ਼ਨ ਤਾਂ ਮੇਰੀ ਇੱਥੇ ਹੁੰਦੀ, ਤੁਹਾਡੇ ਨਾਲ ਹੀ ਹੁੰਦੀ ਆ, ਪਰ ਕਈ ਵਾਰ ਕੁਝ ਹੋਰ ਸੱਜਣ ਵੀ, ਕਿਉਂਕਿ ਮੀਡੀਆ ਲਾਈਨ ਤੋਂ ਆ ਮੈਂ, ਕਈ ਵਾਰ ਉਹ ਵੀ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਆ, ਔਰ ਕਦੀ ਮੈਂ ਬਹੁਤਾ ਸ਼ੌਕੀਨ ਤਾਂ ਨਹੀਂ ਇਸ ਤਰ੍ਹਾਂ ਗੱਲਬਾਤ ਕਰਨ ਦਾ, ਪਰ ਫਿਰ ਵੀ ਕਦੀ ਗੱਲ ਕਰੀਦੀ ਹੈ। ਵਿਲ ਟੇਕ ਦੀ ਮੀਨਵਾਈਲ ਮਨਰਾਜ ਗਿੱਲ ਵੀ ਸਾਡੇ ਨਾਲ ਜੁੜ ਗਏ ਨੇ। ਉਹ ਕਹਿ ਰਹੇ ਨੇ ਪੰਜਾਬ ਤੋਂ ਜਿਹੜੇ ਲੋਕ ਨੇ ਉਹ ਕਿਸੇ ਤਰੀਕੇ ਦੀ ਮੈਜੋਰਿਟੀ ਦੇ ਵਿੱਚ ਨੇ ਬਰੈਂਪਟਨ ਦੇ ਵਿੱਚ, ਔਰ ਉਹਨਾਂ ਦੀਆਂ ਗ੍ਰੀਵੈਂਸਸ ਆ ਬਾਕੀ ਥਾਵਾਂ 'ਤੇ ਕਿਉਂਕਿ ਉਹ ਮਾਈਨੋਰਿਟੀ ਦੇ ਵਿੱਚ ਨੇ, ਉਹਨਾਂ ਦੀਆਂ ਗ੍ਰੀਵੈਂਸਸ ਜਿਹੜੀਆਂ ਜਾਇਜ਼ ਨੇ ਇਹ ਉਹਨਾਂ ਦਾ, ਪਰ ਉਹ ਕਿਸੇ ਨੂੰ ਹੋਰ ਨੁਕਸਾਨ ਨਹੀਂ ਪਹੁੰਚਾਉਂਦੇ। ਬਿਲਕੁਲ ਠੀਕ ਹੈ, ਨੁਕਸਾਨ ਕਈ ਵਾਰ ਆਪਣਾ ਹੀ ਕਰਦੇ ਆ, ਇਹ ਵੀ ਗੱਲ ਠੀਕ ਹੈ। ਬਾਕੀ ਬਰੈਂਪਟਨ ਦੇ ਵਿੱਚ ਉਹਨਾਂ ਦਾ ਡੈਫੀਨੇਟਲੀ ਦੇਖਣ ਨੂੰ ਬੋਲਬਾਲਾ ਵਾ, ਲੇਕਿਨ ਮੈਜੋਰਿਟੀ ਦੇ ਵਿੱਚ ਨਹੀਂ। ਮੈਂ ਦੱਸਣਾ ਚਾਹੁੰਦਾ ਵਾਂ ਕਈ ਵਾਰ ਆਪਣੀ ਜਿਹੜੀ ਸਿੱਖ ਪੰਜਾਬੀ ਪ੍ਰੈਜ਼ੈਂਸ ਆ, ਇਟ ਇਜ਼ ਲਾਰਜਰ ਦੈਨ ਲਾਈਫ, ਲੇਕਿਨ ਸ਼ਾਇਦ ਮੈਜੋਰਿਟੀ ਦੇ ਵਿੱਚ ਨਹੀਂ, ਕਾਫੀ ਵੱਡੀ ਤਾਦਾਦ ਦੇ ਵਿੱਚ ਉੱਥੇ ਜ਼ਰੂਰ ਨੇ। ਮਨਰਾਜ ਗਿੱਲ ਜੀ, ਮੇਰਾ ਆਪਣਾ ਇਹ ਮੰਨਣਾ, ਹੋ ਸਕਦਾ ਮੈਂ ਗਲਤ ਹੋਵਾਂ, ਮੈਂ ਇੱਥੇ ਰਹਿਣਾ, ਤੁਸੀਂ ਸ਼ਾਇਦ ਉੱਥੇ ਰਹਿੰਦੇ ਜੇ, ਲੇਕਿਨ ਇੱਕ ਫੀਲਿੰਗ ਦੇਖਿਆ ਲੱਗਦਾ ਵਾ ਕਿ ਇਹ ਤੇ ਬਰੈਂਪਟਨ ਨੂੰ ਤੇ ਪ੍ਰੋਮੀਨੈਂਟ ਇੱਥੇ ਸਿਰਫ ਸਿੱਖਾਂ ਦਾ ਹੀ ਸ਼ਹਿਰ ਆ, ਲੇਕਿਨ ਦੈਟ ਇਜ਼ ਨਾਟ ਟਰੂ। ਪੋਲਿਸ਼ ਲੋਕ, ਹੋਰ ਲੋਕ ਜਿਹੜੇ ਨੇ, ਪੋਰਚੁਗੀਜ਼ ਵਗੈਰਾ ਵੀ ਉੱਥੇ ਰਹਿੰਦੇ ਆ। ਜਿਹੜੀ ਉੱਥੋਂ ਦੀ ਮਿਊਨਿਸਪੈਲਿਟੀ ਆ, ਮਿਊਨਿਸਪਲ ਕੌਂਸਲ ਆ, ਉਹਦੇ ਤੁਸੀਂ ਜਿਹੜੇ ਕੌਂਸਲਰਸ ਨੇ ਉੱਥੋਂ ਅੰਦਾਜ਼ਾ ਲਾ ਸਕਦੇ ਜੇ ਆਪਣੀ ਪਰਸੈਂਟੇਜ ਜਿਹੜੀ ਆ ਉਹ ਕਿੰਨੀ ਕੁ ਆ। ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਹਾਂਜੀ ਡਾਕਟਰ ਸੋਲ, ਹਾਂਜੀ ਸੰਤ ਸਾਹਿਬ, ਗੱਲ ਇਸ ਤਰ੍ਹਾਂ ਹੈ, ਦੇਖੋ ਮੈਂ ਬਰੈਂਪਟਨ ਤਾਂ 2005 ਦੇ ਵਿੱਚ 6 ਮਹੀਨੇ ਰਿਹਾ ਸੀ, ਮੈਂ ਉਸ ਤੋਂ ਬਾਅਦ ਕੈਲਗਰੀ ਸ਼ਿਫਟ ਹੋ ਗਿਆ ਜੀ, ਲੇਕਿਨ ਇੱਥੇ ਜਿਹੜੀਆਂ ਰੋਜ਼ ਦੀਆਂ ਨਿਊਜ਼ ਨੇ ਉਹ ਅਸੀਂ ਸੁਣਦੇ ਹਾਂ। ਹਾਂਜੀ, ਵੀ ਡੇ ਬਾਈ ਡੇ ਮੈਨੂੰ ਲੱਗਦਾ ਕੱਲ ਪਰਸੋਂ ਇੱਕ ਨਿਊਜ਼ ਆ ਰਹੀ ਸੀ ਵੀ ਟੋਰਾਂਟੋ ਦੇ ਵਿੱਚ ਜਿਹੜੇ ਲੋਕਾਂ ਨੇ ਬੇਸਮੈਂਟਸ ਬਣਾਈਆਂ ਸੀ ਨਾ, ਉਹਨਾਂ ਨੇ ਉਹ ਬੇਸਮੈਂਟਸ ਸਟੂਡੈਂਟਸ ਨੂੰ ਦੇਣ ਤੋਂ ਨਾ ਕਰਤੀ। ਉਹ ਕਹਿੰਦੇ ਵੀ ਇਹ ਸਟੂਡੈਂਟਸ ਜਿਹੜੇ ਨੇ ਇਹ ਇੱਥੇ ਇਨਡਿਸਿਪਲਿਨ ਕਰਦੇ ਆ, ਹਾਂਜੀ, ਇਹਦੀ ਗਲਤ ਵਰਤੋਂ ਕਰਦੇ ਆ ਬੇਸਮੈਂਟ ਦੀ, ਹਾਂਜੀ, ਭੰਨ ਤੋੜ ਬਹੁਤ ਕਰਦੇ ਆ, ਤੇ ਵੀ ਡੋਂਟ ਵਾਂਟ ਕਿ ਅਸੀਂ
ਜਿੰਨੀ ਕੁ ਕਮਾਈ ਕਰਦੇ ਆ ਉਨੀ ਕੁ ਅਸੀਂ ਮੁੜ ਕੇ ਘਰ ਦੀ ਰਿਪੇਅਰ ਦੇ ਉੱਤੇ ਲਾ ਦਈਏ। ਇਹ ਮੈਂ ਸੁਣ ਰਿਹਾ ਸੀਗਾ, ਪਰਸੋਂ ਦੀ ਨਿਊਜ਼ ਸੀ, ਮੇਰਾ 1-2 ਦਿਨ ਪਹਿਲਾਂ ਦੀ ਹੋਵੇ ਜੀ। ਦੂਜੀ ਗੱਲ ਇਹ ਆ ਵੀ ਇਹਨਾਂ ਨੇ, ਇਹ ਗਵਰਨਮੈਂਟ ਇੰਨੀ ਲਿਬਰਲ ਆ ਵੀ ਇਹਨਾਂ ਨੇ ਸਾਡੇ ਸਟੂਡੈਂਟਸ ਨੂੰ ਏਦਾਂ ਐਂਟਰਟੇਨ ਕੀਤਾ ਵੀ ਯੂ ਆਰ ਵੈਲਕਮ ਟੂ ਕਮ ਟੂ ਦਿਸ ਕੰਟਰੀ ਜੀ। ਲੇਕਿਨ ਜੋ ਮੈਂ ਇੱਥੇ ਅਬਜ਼ਰਵ ਕਰ ਰਿਹਾ ਐਜ਼ ਅ ਟੀਚਰ, ਇਹਨਾਂ ਸਟੂਡੈਂਟਸ ਨੇ ਉਹਦਾ ਨੈਗੇਟਿਵ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜੀ, ਨਜਾਇਜ਼ ਫਾਇਦਾ ਜੀ, ਨਜਾਇਜ਼ ਫਾਇਦਾ। ਹਾਂਜੀ, ਕੁਝ ਡਾਕੂਮੈਂਟ ਫੋਰਜ ਕੀਤੇ, ਆਪਣਾ PR ਲੈਣ ਵਾਸਤੇ ਡਾਕੂਮੈਂਟ ਫੋਰਜ ਕੀਤੇ, ਕਈ ਨਿਊਜ਼ ਆਉਂਦੀਆਂ ਰਹਿੰਦੀਆਂ ਨੇ ਇਹੋ ਜਿਹੀ। ਹਾਂਜੀ, ਵਿਚ ਇਜ਼ ਵੈਰੀ ਬੈਡ। ਹਾਂਜੀ, ਮੇਰਾ ਖਿਆਲ ਆ ਮੇਰੇ ਕਈ ਸਟੂਡੈਂਟਸ ਜਿਹੜੇ ਉੱਥੋਂ ਆਏ, ਇੱਥੇ ਆਣ ਕੇ ਉਹਨਾਂ ਨੇ ਮਿਹਨਤ ਕੀਤੀ, ਸਾਰਾ ਕੀਤਾ, ਟੈਸਟ ਦਿੱਤੇ, ਸਭ ਕੁਝ ਕਲੀਅਰ ਕਰਕੇ ਸੈੱਟ ਹੋ ਗਏ। ਦੇ ਆਰ ਹੈਪੀ ਇਨ ਦੇਅਰ ਲਾਈਫ। ਵਾਈ ਯੂ ਡੂ ਸੱਚ ਥਿੰਗਸ ਵਿਚ ਹਾਰਮ ਯੂ? ਉਹਨਾਂ ਨੇ ਫਿਰ ਇਸੇ ਕਰਕੇ ਐਸ 2022 ਦੇ ਵਿੱਚ ਕੋਈ ਅਬਾਊਟ 50-60,000 ਸਟੂਡੈਂਟਸ ਜਿਨ੍ਹਾਂ ਦਾ ਜਿਹੜਾ ਪੇਪਰ ਸੀ ਉਹਨਾਂ ਨੂੰ ਕੈਂਸਲ ਕਰਤਾ। ਹਾਂਜੀ, ਔਰ ਇਹਦੀ ਡਿਸਕਸ਼ਨ ਆਈ ਆ ਇੱਥੇ ਆਪਣੇ ਸਹੀ ਗੱਲ ਉੱਤੇ। ਹਾਂਜੀ, ਤੇ ਸਿਮਿਲਰਲੀ ਯੂ ਸੀ ਦ ਪੀਪਲ ਨਾਓ, ਦ ਅਦਰ ਪੀਪਲ ਹੂ ਆਰ ਅਪਲਾਈਂਗ ਫਾਰ ਦੀਸ ਥਿੰਗਸ ਨਾਓ ਦੇ ਆਰ ਵੈਰੀ ਪਰਟੀਕੁਲਰ ਅਬਾਊਟ ਇਟ। ਸ਼ੋਰ ਜੀ। ਹਾਂਜੀ, ਉਹ ਪਰਟੀਕੁਲਰ ਹੋਣ ਕਰਕੇ ਕੀ ਆ ਵੀ ਕਿਉਂਕਿ ਉਹਨਾਂ ਨੇ ਰੌਂਗ ਇਨਫੋਰਮੇਸ਼ਨ ਦਿੱਤੀਆਂ। ਜੀ, ਰੌਂਗ ਇਨਫੋਰਮੇਸ਼ਨ ਕਿਉਂ ਦਿੰਦੇ? ਜੇ ਤੁਸੀਂ ਟੂ ਦੀ ਪੁਆਇੰਟ ਆਪਣੇ ਪੇਪਰ ਦਿਓ, ਯੂ ਵਿਲ ਬੀ ਐਲੀਜੀਬਲ ਫਾਰ ਯੂਅਰ ਰੈਜ਼ੀਡੈਂਸੀ। ਸ਼ੋਰ ਥੈਂਕ ਯੂ ਡਾਕਟਰ ਸੋਲ, ਥੈਂਕ ਯੂ। ਮੇਰਾ ਖਿਆਲ ਹੈ ਡਾਕਟਰ ਸੋਲ ਦੀ ਗੱਲ ਬੜੀ ਕਲੀਅਰ ਆ ਕਿ ਸਾਡੇ ਸਟੂਡੈਂਟਸ ਥੋੜ੍ਹਾ ਨਜਾਇਜ਼ ਉਠਾਉਂਦੇ ਆ। ਮੇਰਾ ਆਪਣਾ ਮੰਨਣਾ ਵਾ ਕਿ ਜਦੋਂ ਸਟੂਡੈਂਟਸ ਇੱਥੇ ਜਾਂਦੇ ਆ ਪੜ੍ਹਨ ਵਾਸਤੇ, ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ, ਭਾਵੇਂ ਕੈਨੇਡਾ ਹੋਣ, ਅਮਰੀਕਾ ਹੋਣ, UK ਹੋਣ, ਆਸਟ੍ਰੇਲੀਆ ਹੋਣ, ਉਹਨਾਂ ਦੀ ਇੱਥੇ ਕਾਉਂਸਲਿੰਗ ਹੋਣੀ ਚਾਹੀਦੀ ਆ ਤਾਂ ਕਿ ਉਹਨਾਂ ਨੂੰ ਉੱਥੇ ਪਤਾ ਲੱਗ ਸਕੇ ਵੀ ਉੱਥੇ ਰਹਿਣ ਸਹਿਣ ਕੀ ਆ, ਉੱਥੇ ਦੀ ਡਿਊਟੀਜ਼ ਕੀ ਆ, ਰਾਈਟਸ ਕੀ ਆ ਉੱਥੇ। ਔਰ ਮੇਰੇ ਖਿਆਲ ਸਾਡੇ ਲੋਕਾਂ ਨੂੰ ਵੀ ਚਾਹੀਦਾ ਵਾ ਕਿ ਇਹ ਨਾ ਹੋਵੇ ਵੀ ਇੱਕ ਬੇਸਮੈਂਟ ਆ ਜਿੱਥੇ ਥਾਂ ਰਹਿਣ ਦਾ 1 ਜਾਂ 2 ਬੰਦਿਆਂ ਵਾਸਤੇ, ਤਾਂ ਉੱਥੇ ਆਪਾਂ 5-5, 7-7 ਲੋਕਾਂ ਨੂੰ ਥਾਂ ਦੇ ਦਈਏ। ਮੀਨਵੈਲ ਹਰਦੀਪ ਸਿੰਘ ਸੋਢੀ ਕਹਿ ਰਹੇ ਨੇ ਅੱਜ ਉਹ ਕਾਲ ਨਹੀਂ ਕਰਨਗੇ ਔਰ ਸਿਰਫ ਆਪਣੇ ਕਮੈਂਟਸ ਹੀ ਕਰਨਗੇ। ਔਰ ਉਹਨਾਂ ਨੇ ਕਿਹਾ ਵਾ ਭਾਰਤ ਸਰਕਾਰ ਆਪਣੇ ਗਰੀਬਾਂ ਝਾਤੀ ਮਾਰੇ ਅਤੇ ਇਹ ਗਊ ਵਰਗੇ ਕੈਨੇਡਾ ਨੂੰ ਦੋਸ਼ੀ ਨਾ ਕਰਾਰ ਕਰੇ। ਅਰਸਾਲ ਢਿੱਲੋਂ ਅਤੇ ਮਨਰਾਜ ਗਿੱਲ ਦਾ ਵੀ ਤਾਜ਼ਾ ਕਮੈਂਟ ਤੁਸੀਂ ਦੇਖ ਸਕਦੇ ਜੇ। ਰਵਿੰਦਰਜੀਤ ਪੰਦੇਰ ਦਾ ਕਮੈਂਟ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਪਰ ਆ ਕਿ ਮੋਦੀ ਗਵਰਨਮੈਂਟ ਕੈਨੇਡਾ 'ਤੇ ਤਾਂ ਇਤਰਾਜ਼ ਕਰਦੇ ਆ, ਪਰ ਆਪਣੇ ਇੰਡੀਆ ਦੇ ਵਿੱਚ ਜੋ ਹੋ ਰਿਹਾ ਵਾ ਮਾਈਨੋਰਿਟੀਜ਼ ਦੇ ਖਿਲਾਫ, ਉਹਦੇ 'ਤੇ ਐਕਸ਼ਨ ਕਿਉਂ ਨਹੀਂ ਲੈਂਦੀ? ਵਿਲ ਟੇਕ ਦੀ ਨੈਕਸਟ ਕਾਲ। ਹੈਲੋ ਸੰਧੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਬਲਦੇਵ ਸਿੰਘ ਸ਼ੀਨਾ ਬੋਲ ਰਿਹਾ ਜੀ। ਸ਼ੀਨਾ ਸਾਹਿਬ ਜੀ। ਸੰਧੂ ਸਾਹਿਬ, ਇਸ ਤਰ੍ਹਾਂ ਹੈ ਕਿ ਜਿਹੜੀ ਇੰਡੀਆ ਗੌਰਮੈਂਟ ਆ ਉਹ ਤਾਂ ਸਿੱਖਾਂ ਨੂੰ ਇਗਨੋਰ ਕਰ ਸਕਦੀ ਆ, ਪਰ ਜਿੱਥੋਂ ਤੱਕ ਕੈਨੇਡਾ ਦਾ ਮਤਲਬ ਸਿਆਸੀ ਲੋਕ ਨੇ ਜਾਂ ਜਿਹੜੇ ਮਤਲਬ ਸਰਕਾਰ ਵਾਲੇ ਲੋਕ ਨੇ, ਉਹ ਸਿੱਖਾਂ ਨੂੰ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਖਾਸ ਇੱਕ ਉਹਨਾਂ ਦਾ ਉੱਥੇ ਇੱਕ ਖਾਸ ਦਬਾਅ ਆ ਕਿ ਖਾਸ ਪ੍ਰਭਾਵ ਆ ਮਤਲਬ ਸਿੱਖਾਂ ਦਾ ਕੈਨੇਡਾ ਦੇ ਵਿੱਚ। ਮੇਰੇ ਖਿਆਲ ਸ਼ੀਨਾ ਸਾਹਿਬ ਇਹ ਤਾਂ ਸ਼ਾਇਦ ਸਹੀ ਨਹੀਂ, ਆਈ ਡੋਂਟ ਥਿੰਕ ਇੱਦਾਂ ਇਹਨੂੰ ਆਪਾਂ ਪੁੱਟ ਕਰ ਸਕਦੇ ਹਾਂ। ਉੱਥੇ ਕਿਸੇ ਨੂੰ ਵੀ ਇਗਨੋਰ ਨਹੀਂ ਕਰਦੇ, ਕੈਨੇਡਾ ਦੇ ਵਿੱਚ ਕਿਸੇ ਨੂੰ ਵੀ ਇਗਨੋਰ ਨਹੀਂ ਕਰਦੇ। ਆਪਾਂ ਗੱਲ ਕਰਦੇ ਆ, ਤੁਸੀਂ ਗੱਲ ਕੀਤੀ ਹੈ ਨਾ ਕਿ ਇੰਡੀਆ ਦੇ ਤੇ ਮਤਲਬ ਆਪਣੇ ਕੈਨੇਡਾ ਸੰਬੰਧਾਂ ਦੀ ਗੱਲ ਕਰਦੇ ਆ ਨਾ, ਉਹ ਗੱਲ ਜਿਹੜੀ ਚੱਲੀ ਆ ਉਹ ਗੱਲ ਚੱਲੀ ਆ ਮਤਲਬ ਮੇਨ ਸਿੱਖਾਂ ਨੂੰ ਚੱਲੀ ਆ, ਠੀਕ ਨਹੀਂ? ਵੀ ਜਿਹੜੇ ਸਿੱਖ ਨੇ ਉਹ ਇੱਥੇ ਆਣ ਕੇ ਖਾਲਸਾ ਦੇ ਨਾਅਰੇ ਮਾਰਦੇ ਆ ਜਾਂ ਉਹ ਰੈਫਰੈਂਡਮ ਕਰਦੇ ਆ ਨਾ, ਇਹ ਮੇਨ ਤਾਂ ਗੱਲ ਇਸ ਕਰਕੇ ਮਤਲਬ ਵਿਗੜੇ ਆ ਨਾ, ਹੋਰ ਕੋਈ ਗੱਲ ਤਾਂ ਹੈ ਨਹੀਂ ਆ। ਜਿਹੜਾ ਬੇਸ ਆ ਨਾ ਉਹ ਬੇਸ ਇਹੀ ਆ, ਇਸ ਕਰਕੇ ਮੈਂ ਕਹਿ ਰਿਹਾ ਵਾਂ ਵੀ ਉਹ ਇਸੇ ਇੱਕ ਮਤਲਬ ਜਿਹੜਾ ਇਲਾਕਾ ਹੈਗਾ ਵਾ ਜਾਂ ਟੋਰਾਂਟੋ ਇਲਾਕਾ ਵਾ ਜਾਂ ਮਤਲਬ ਬ੍ਰਿਟਿਸ਼ ਕੋਲੰਬੀਆ ਵਾ ਆਪਣੇ ਵੈਨਕੂਵਰ ਸਾਈਡ, ਇੱਥੇ ਮਤਲਬ ਤੁਹਾਨੂੰ ਪਤਾ ਕਿ ਸਿੱਖਾਂ ਦਾ ਖਾਸ ਪ੍ਰਭਾਵ ਆ ਔਰ ਕਾਫੀ ਉਹਨਾਂ ਦੇ ਇੱਥੇ MP ਵੀ ਚੁਣੇ ਜਾਂਦੇ ਆ। ਇਸ ਕਰਕੇ ਉਹ ਮਤਲਬ ਜਿਸ ਤਰ੍ਹਾਂ ਔਰ ਜਿਹੜੇ ਸੰਬੰਧ ਪਿੱਛੇ ਜਿਹੜੀ ਹੁਣ ਟਰੂਡੋ ਗਵਰਨਮੈਂਟ ਆ ਉਹਨਾਂ ਦੇ ਜੋ ਸੰਬੰਧ ਸਿੱਖਾਂ ਦੇ ਨਾਲ ਹੈਗੇ ਆ, ਉਹ ਮਤਲਬ ਉਹ ਇਹਨਾਂ ਨੂੰ ਮਤਲਬ ਇਹ ਵੀ ਮਤਲਬ ਮੋਦੀ ਦੇ ਕਹਿਣ ਦੇ ਉੱਤੇ ਇਹਨਾਂ ਨੂੰ ਮਤਲਬ ਉਹ ਇਹਨਾਂ ਤੇ ਕੋਈ ਕਾਰਵਾਈ ਕਰੇ ਜਾਂ ਇਹਨਾਂ ਨੂੰ ਫੜ ਕੇ ਅੰਦਰ ਦੇਵੇ, ਐਸਾ ਤਾਂ ਹੋ ਨਹੀਂ ਸਕਦਾ। ਬਾਕੀ ਤੁਸੀਂ ਉਹਦੇ ਤੇ ਗੱਲ ਕੀਤੀ ਆ ਵੀ ਇੱਥੇ ਅਧਿਕਾਰ ਨੇ, ਇੱਥੇ ਮਤਲਬ ਤੁਸੀਂ ਚਾਹੇ ਅਮਰੀਕਾ ਵਾ ਚਾਹੇ ਕੈਨੇਡਾ ਵਾ, ਇੱਥੇ ਤੁਸੀਂ ਕਿਸੇ ਨੂੰ ਆਜ਼ਾਦ, ਹਰ ਬੰਦੇ
ਨੂੰ ਆਜ਼ਾਦੀ ਆ ਵੀ ਉਹ ਆਪਣੇ ਜਿਹੜੀ ਆ ਕਿਸੇ ਵੀ ਤਰੀਕੇ ਨਾਲ ਆਪਣੀ ਜਿਹੜੀ ਆ ਡੈਮੋਕ੍ਰੇਟ ਵੇ ਨਾਲ ਆਪਣੀਆਂ ਮੰਗਾਂ ਅੱਗੇ ਰੱਖ ਸਕਦੇ ਆ। ਉੱਥੇ ਕਿਤੇ ਕਿਸੇ ਨੂੰ ਮਤਲਬ ਕਿਸੇ ਨੂੰ ਡਾਂਗਾ ਨਹੀਂ ਮਾਰ ਸਕਦੇ, ਕਿਸੇ ਤੇ ਗੋਲੀ ਨਹੀਂ ਚਲਾ ਸਕਦੇ ਥੋੜੀ ਕਿਤੇ ਆ। ਤੇ ਇਸ ਕਰਕੇ ਇਸ ਕਰਕੇ ਜੇ ਹੁਣ ਇਸ ਬੇਸ ਉੱਤੇ ਜੇ ਮੋਦੀ ਕਹਿੰਦਾ ਕਿ ਅਸੀਂ ਜੇ ਕੈਨੇਡਾ ਨਾਲ ਮਤਲਬ ਸੰਬੰਧ ਵਿਗਾੜਨੇ, ਕਿਉਂਕਿ ਉਹ ਜੇ ਮਤਲਬ ਜੋ ਚਾਹੁੰਦਾ ਵਾ ਵੀ ਸਿੱਖਾਂ ਦੇ ਉੱਤੇ ਕਿਸੇ ਤਰੀਕੇ ਨਾਲ ਇੱਥੇ ਮਤਲਬ ਵੱਡੀ ਲਾਈ ਜਾ ਜਾਂ ਕੋਈ ਕੀਤਾ ਜਾਵੇ, ਉਹ ਇਸ ਕੈਨੇਡਾ ਵਿੱਚ ਨਹੀਂ ਹੋ ਸਕਦਾ ਜਾਂ ਅਮਰੀਕਾ 'ਚ ਨਹੀਂ ਹੋ ਸਕਦਾ। ਇਸ ਕਰਕੇ ਉਹ ਸੰਬੰਧ ਇਸ ਕਰਕੇ ਉਹ ਅੱਜ ਆਪਣੀ ਮੰਗ ਮੰਗਦੇ ਆ ਤੇ ਉਹਨਾਂ ਨੂੰ ਜੇ ਮੰਗ ਮੰਗਦੇ ਜੇ ਮਤਲਬ ਮੰਨ ਲਓ ਉਹ ਜੇ ਇਹਨਾਂ ਦੇ ਚੰਗੇ ਸੰਬੰਧ ਆਪਣੇ ਸਿੱਖਾਂ ਨੇ ਮਤਲਬ ਇੰਡੀਆ ਦੇ ਵਿੱਚ ਚੰਗੇ ਸੰਬੰਧ ਬਣਾਵੇ, ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੈਗੀਆਂ ਨੇ ਮਤਲਬ ਪੰਜਾਬ ਦੀਆਂ ਉਹਨਾਂ ਨੂੰ ਅੱਗੇ ਰੱਖੇ। ਇਹ ਨੇ ਵੀ ਜੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਤਾਂ ਇਹ ਮੰਗ ਉੱਠਣੀ ਆ। ਚਲੋ ਠੀਕ ਆ, ਲੋਕੀ ਉੱਥੇ ਡਰਦੇ ਆ, ਇੰਡੀਆ 'ਚ ਡਰਦੇ ਆ, ਪਰ ਅਮਰੀਕਾ ਤੇ ਇੰਡੀਆ 'ਚ ਲੋਕੀ ਡਰਦੇ ਨਹੀਂ ਹੈਗੇ। ਇੱਥੇ ਲੋਕੀ ਆਜ਼ਾਦ ਨੇ, ਇੱਥੇ ਲੋਕੀ ਆਪਣੀ ਮੰਗ ਕਰ ਰੱਖ ਸਕਦੇ ਆ ਜੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।